ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸਿੱਖ ਫਿਰ ਗਰਭਾਸ ਨਾ ਪਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਕਰਤ ਨਾ ਲਾਗੀ ਬਾਰ। ਆਪਣੇ ਸੇਵਕ ਕੋ ਕਬਹੂ ਨਾ ਬਿਸਾਰੋ, ਉਰ ਲਾਗੋ ਸੁਆਮੀ ਪ੍ਰਭ ਮੇਰੇ। ਪੂਰਬ ਪ੍ਰੀਤ ਗੋਬਿੰਦ ਵਿਚਾਰੋ, ਪੂਰਬ ਪ੍ਰੀਤ ਗੋਬਿੰਦ ਵਿਚਾਰੋ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਿਲਾਵਲ ਮਹੱਲਾ ਪੰਜਵਾ। ਤੁਮ ਸਮਰੱਥਾ ਕਾਰਨ ਕਰਨਾ, ਢਾਕਨ ਢਾਕ ਗੋਬਿੰਦ ਗੁਰ ਮੇਰੇ। ਮੋਹਿ ਅਪਰਾਧੀ ਸ਼ਰਨ ਚਰਨ, ਰਹਾਉ। ਜੋ ਜੋ ਕੀਨੋ ਸੋ ਤੁਮ ਜਾਣਿਓ, ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨਾ। ਬੜ ਪ੍ਰਤਾਪ ਸੁਨਿਓ ਪ੍ਰਭ ਤੁਮਰੋ, ਕੋਟ ਅਗਾਂ ਤੇਰੋ ਨਾਮ ਹਰਨਾ। ਹਮਰੋ ਸੁਆਓ ਸਦਾ ਸਦ ਭੂਲਣ, ਤੁਮਰੋ ਬਿਦਦ ਤੁਮਰੋ ਬਿਰਦ ਪਤਤ ਉਧਰਨਾ। ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਹਮਰੋ ਸੁਹਾਓ ਸਦਾ ਸਦ ਭੂਲਨ, ਤੁਮਰੋ ਬਿਰਦ ਪਤਤ ਉਦਰਨਾ। ਕਰੁਣਾ ਮੈਂ ਕਿਰਪਾਲ ਕਿਰਪਾ ਨਿਧ, ਜੀਵਨ ਪਦ ਨਾਨਕ ਹਰ ਦਰਸ਼ਨ। ਤਨ ਧਨ ਸਬਦੋਂ ਵੱਡੇ ਸੱਚੇ ਮਾਲਕ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਅਕਾਲ ਪੁਰਖ ਰੂਪ, ਗੁਰ ਪਾਰ ਬ੍ਰਹਮ ਪਰਮੇਸ਼ਰ, ਜਿਨ੍ਹਾਂ ਦਾ ਨਾਮ ਤਨ ਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਵਿਕਾਰਾਂ ਤੋਂ ਬਚਾ ਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਾਮ ਜਲ ਦੇ ਸਦਕਾ ਜੀਵਨ ਬਹੁਤ ਉੱਚਾ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੇ ਹਨ ਤੇ ਜੀਵ ਨੂੰ
ਉਹਦੇ ਅਸਲੇ ਵਿੱਚ ਭਾਵ ਪਰਮਾਤਮ ਰੂਪ ਬਣਾਉਣ ਵਿੱਚ ਵੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਹੀ ਸਮਰੱਥ ਹਨ। ਐਸੇ ਗੁਰਾਂ ਤੋਂ ਸਦਕੇ ਜਾਈਏ। ਸਤਿਗੁਰੂ ਮਹਾਰਾਜ ਨੇ ਜੋ ਅੱਜ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ, ਇਸ ਹੁਕਮਨਾਮਾ ਸਾਹਿਬ ਦੇ ਅੰਦਰ ਸਾਧ ਸੰਗਤ ਜਦੋਂ ਕਿਸੇ ਇਨਸਾਨ ਨੂੰ ਠੋਕਰ ਲੱਗੇ ਜਾਂ ਇਉਂ ਕਹਿ ਲਓ ਆਪਣੀਆਂ ਜ਼ਿੰਦਗੀ ਵਿੱਚ ਕੀਤੇ ਹੋਏ ਗੁਨਾਹਾਂ ਦਾ, ਆਪਣੇ ਪਾਪ ਕਰਮਾਂ ਦਾ ਅਹਿਸਾਸ ਹੋ ਜਾਏ, ਜਾਂ ਕੋਈ ਪ੍ਰਭੂ ਦੀ ਬੰਦਗੀ ਦੇ ਮਾਰਗ ਉੱਤੇ ਤੁਰੇ ਤੇ ਉਹਨੂੰ ਆਪਣੀਆਂ ਗਲਤੀਆਂ ਦਿਖਾਈ ਦੇਣ ਲੱਗ ਪੈਣ ਤੇ ਬਖਸ਼ਿੰਦ ਮਾਲਕ ਦੇ ਚਰਨਾਂ ਵਿੱਚ ਬਖਸ਼ਿਸ਼ ਲਈ ਅਰਦਾਸ ਰੂਪ ਵਿੱਚ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਹੈ। ਪਿਆਰੇ ਗੁਰਸਿੱਖਾਂ ਨੇ ਸਾਹਿਬਾਂ ਦਾ ਪ੍ਰਕਾਸ਼ ਕੀਤਾ ਤੇ ਇਹ ਹੁਕਮਨਾਮਾ ਸਾਹਿਬ ਆਇਆ ਜੀ ਗੁਰੂ ਮਹਾਰਾਜ ਦੇ ਪਾਵਨ ਅੰਗ 828 ਦੇ ਉੱਪਰ। ਵਿਚਾਰਾਂ ਸਾਂਝੀਆਂ ਕਰੀਏ, ਅਸੀਸਾਂ ਬਖਸ਼ੋ, ਹਾਜ਼ਰੀਆਂ ਪ੍ਰਵਾਨ ਕਰੋ ਜੀ। ਤੇ ਗਰੀਬ ਨਵਾਜ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਓ, ਫਤਿਹ ਪਾਓ, ਫਤਿਹ ਬੁਲਾਓ। ਔਰ ਮਹਾਰਾਜ ਦੀ ਬਹੁਤ ਵਡਮੁੱਲੀ ਦਾਤ ਜੋ ਆਪਾਂ ਪਾਉਣੀ ਹੈ, ਨਾਮ, ਇਹਦੇ ਵਾਸਤੇ ਅਰਦਾਸ ਬੇਨਤੀ ਮਹਾਰਾਜ ਦੇ ਚਰਨਾਂ 'ਚ ਕਰਨੀ ਹੈ ਜੀ। ਕਰੋ ਰਸਨਾ ਪਵਿੱਤਰ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਰਾਗ ਵਿੱਚ ਪੰਜਵੀਂ ਪਾਤਸ਼ਾਹੀ ਦਾ ਇਹ ਪਵਿੱਤਰ ਹੁਕਮ, ਤੁਮ ਸਮਰੱਥਾ ਕਾਰਨ ਕਰਨਾ। ਸਾਹਿਬ ਜੀ ਕਹਿੰਦੇ, ਹੈ ਪਰਮਾਤਮਾ ਤੂੰ ਸਮਰੱਥ ਹੈ, ਭਾਵ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਤੇ ਕਾਰਨ ਕਰਨ ਦਾ ਅਰਥ ਵਿਦਵਾਨ ਕਰਦੇ ਹਨ ਜਗਤ ਨੂੰ ਪੈਦਾ ਕਰਨ ਵਾਲਾ, ਜਾਂ ਕਈ ਤਰ੍ਹਾਂ ਅਰਥ ਕਰ ਸਕਦੇ ਹਾਂ। ਇਉਂ ਅਰਥ ਕਰ ਲਓ ਇਸ ਪੰਕਤੀ ਦੇ ਕਿ ਪਰਮਾਤਮਾ ਤੂੰ ਬਹੁਤ ਸ਼ਕਤੀਆਂ ਦਾ ਮਾਲਕ ਹੈ, ਅਥਾਹ ਹੈ। ਕਰਨ ਕਰਾਵਣ ਹਾਰ ਤੂੰ ਸਮਰੱਥ ਹੈ, ਜਾਂ ਇਸ ਤਰ੍ਹਾਂ ਬਚਨ ਕੀਤੇ ਜਾ ਸਕਦੇ ਨੇ। ਉਸਤਤ ਕੀਤੀ ਹੈ ਮਾਲਕ ਦੀ। ਸਾਹਿਬ ਜੀ ਕਹਿੰਦੇ, ਢਾਕਣ ਢਾਕ ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸ਼ਰਨ ਚਰਨ ਰਹਾਉ। ਹੇ ਮੇਰੇ ਗੋਬਿੰਦ, ਤੂੰ ਆਪ ਹੀ ਕਿਰਪਾ ਕਰਕੇ ਮੇਰੇ ਦੂਸ਼ਣ ਢੱਕ ਲਾ, ਮੇਰੇ ਕੀਤੇ ਹੋਏ ਗੁਨਾਹ, ਮੇਰੇ ਪਾਪ ਕਰਮ ਢੱਕ ਦੇ, ਪਰਦਾ ਪਾ। ਮੈਨੂੰ ਅਪਰਾਧੀ ਨੂੰ, ਮੈਨੂੰ ਗੁਨਾਹਗਾਰ ਨੂੰ ਹੋਰ ਕੋਈ ਥਾਂ ਨਹੀਂ, ਆਪ ਜੀ ਦੀ ਚਰਨਾਂ ਦੀ ਸ਼ਰਨ ਆਇਆ ਹਾਂ। ਭਾਵ ਆਪਣੀ ਸ਼ਰਨ ਵਿੱਚ ਰੱਖੋ ਤੇ ਮੇਰੇ ਕੀਤੇ ਹੋਏ ਗੁਨਾਹ ਜਿਨ੍ਹਾਂ ਤੋਂ ਮੈਂ ਤੌਬਾ ਕਰਦਾ, ਮਿਹਰ ਕਰਕੇ ਇਹ ਪਰਦੇ ਕੱਜੋ। ਜੋ ਜੋ ਕੀਨੋ ਸੋ ਤੁਮ ਜਾਣਿਓ, ਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ। ਸਤਿਗੁਰੂ ਜੀ ਕਹਿੰਦੇ, ਜੋ ਜੋ ਮੈਂ ਕਰਦਾ ਹਾਂ ਸਭ ਤੁਹਾਨੂੰ ਪਤਾ, ਤੁਸੀਂ ਜਾਣਦੇ ਹੋ, ਤੁਸੀਂ ਵੇਖਦੇ ਹੋ। ਤੇ ਮੈਨੂੰ ਢੀਠ ਨੂੰ ਮੁਕਰਨ ਵਾਸਤੇ ਕੋਈ ਰਾਹ ਨਹੀਂ ਹੈ, ਢੀਠ ਦੇ ਮੁਕਰਨ ਵਾਸਤੇ ਕੋਈ ਗੁੰਜਾਇਸ਼ ਹੀ ਨਹੀਂ ਹੈ। ਢੀਠ ਦਾ ਮਤਲਬ ਹੁੰਦਾ ਸਾਧ ਸੰਗਤ ਜੀ ਜੋ ਬਹੁਤ ਵੱਡਾ ਬੇਸ਼ਰਮ ਹੋਵੇ। ਸਾਹਿਬ ਜੀ ਇਸ ਤਰ੍ਹਾਂ ਬੇਨਤੀ ਕਰਨੀ ਸਾਨੂੰ ਸਿਖਾਉਂਦੇ ਹਨ ਕਿ ਪਰਮਾਤਮਾ ਜੋ ਅਸੀਂ ਕਰ ਰਹੇ ਹਾਂ ਸਭ ਜਾਣਦਾ ਹੈ। ਉਹ ਪਰਮਾਤਮਾ ਜੋ ਅਸੀਂ ਕਰ ਰਹੇ ਹਾਂ ਸਭ ਵੇਖ ਰਿਹਾ ਹੈ, ਸਦ ਸੁਣਦਾ, ਸਦ ਵੇਖਦਾ, ਕਿਉਂ ਕਰ ਮੁੱਕਰ ਪਾਇਆ ਜਾਏ। ਢੀਠ ਦੇ ਮੁੱਕਰਨ ਵਾਸਤੇ ਕੋਈ ਜਗ੍ਹਾ ਨਹੀਂ ਹੈ। ਵੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ, ਕੋਟ ਅਗਾਂ ਤੇਰੋ ਨਾਮ ਹਰਨ। ਮੈਂ ਤੇਰਾ ਬਹੁਤ
ਪ੍ਰਤਾਪ ਸੁਣਿਆ ਹੈ, ਭਾਵ ਮੈਨੂੰ ਪਤਾ ਲੱਗਾ ਤੂੰ ਬਹੁਤ ਵੱਡੀ ਸ਼ਕਤੀ ਦਾ ਮਾਲਕ ਹੈ, ਸਮਰੱਥ ਹੈ, ਤੇ ਮੈਨੂੰ ਆਪ ਕਿਰਪਾ ਕਰਕੇ ਪ੍ਰਮਾਤਮਾ ਪ੍ਰਭ ਤੁਮਰੋ ਕੋਟ, ਜਿਹੜਾ ਤੁਹਾਡਾ ਨਾਮ ਹੈ ਉਹ ਕਰੋੜਾਂ ਪਾਪਾਂ ਨੂੰ ਹਰਨ ਦੇ ਲਈ ਸਮਰੱਥ ਹੈ। ਤੁਸੀਂ ਆਪ ਰਹਿਮਤਾਂ ਦੇ ਸਾਗਰ ਹੋ। ਫਿਰ ਬੇਨਤੀ ਹੈ ਜੀ ਅਗਲਾ ਦੂਸਰਾ ਪਦਾ, ਹਮਰੋ ਸੁਆਓ ਸਦਾ ਸਦ ਭੂਲਨ, ਤੁਮਰੋ ਬਿਰਦ ਪਤਤ ਉਦਾਹਰਨ। ਸਾਡਾ ਸੁਭਾਅ ਹੈ, ਸਾਡੇ ਸੁਭਾਅ ਵਿੱਚ ਸ਼ਾਮਲ ਹੈ ਕਿ ਅਸੀਂ ਸਦਾ ਸਦਾ ਭੁੱਲਣ ਹਾਰੇ ਹਾਂ, ਤੇ ਤੁਹਾਡਾ ਬਿਰਧ ਹੈ, ਭਾਵ ਤੁਹਾਡਾ ਸੁਭਾਅ ਹੈ ਕਿ ਪਤਤਾਂ ਨੂੰ, ਪਾਪੀਆਂ ਨੂੰ ਤੁਸੀਂ ਉਧਾਰਦੇ ਹੋ, ਰਹਿਮਤ ਕਰਦੇ ਹੋ। ਕਰੁਣਾ ਮੈਂ ਕਿਰਪਾਲ, ਕਿਰਪਾ ਨਿਧ ਜੀਵਨ ਪਦ, ਨਾਨਕ ਹਰ ਦਰਸ਼ਨ। ਮਹਾਰਾਜ ਕਹਿੰਦੇ, ਹੇ ਕਰੁਣਾ ਮਈ ਪ੍ਰਮਾਤਮਾ, ਹੇ ਕਿਰਪਾਲੂ, ਹੇ ਕਿਰਪਾ ਦੇ ਖਜ਼ਾਨੇ, ਮੈਨੂੰ ਆਪਣਾ ਦਰਸ਼ਨ ਦੇ। ਤੇਰੇ ਦਰਸ਼ਨਾਂ ਦੇ ਸਦਕਾ ਆਤਮਿਕ ਜੀਵਨ ਦਾ ਜੋ ਰਾਹ ਹੈ ਉਹ ਪੱਧਰਾ ਹੋ ਜਾਂਦਾ ਹੈ। ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਤੇਰੇ ਦਰਸ਼ਨਾਂ ਦੇ ਸਦਕਾ। ਸੋ ਇਹ ਪਾਵਨ ਹੁਕਮਨਾਮਾ ਸਾਹਿਬ, ਜਿਹਦੇ ਅਰਥਾਂ ਤੋਂ ਆਪ ਭਲੀ ਭਾਂਤ ਜਾਣਦੇ ਹੋ, ਆਪ ਨੇ ਵਿਚਾਰ ਵੀ ਕੀਤੀ ਹੈ। ਇਹਦੇ ਵਿੱਚ ਅਰਦਾਸ ਹੈ ਸਾਧ ਸੰਗਤ, ਗੁਨਾਹਾਂ ਦੀ, ਕੀਤੇ ਹੋਏ ਗੁਨਾਹਾਂ ਨੂੰ ਬਖਸ਼ਣ ਵਾਸਤੇ ਤੌਬਾ ਹੈ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਗੁਰੂ ਮਹਾਰਾਜ ਦੇ ਘਰ ਨੇ ਅੱਜ ਤੱਕ ਪਤਾ ਨਹੀਂ ਕਿੰਨੇ ਕਰੋੜਾਂ ਸਾਧ ਸੰਗਤ ਪਾਪੀਆਂ ਨੂੰ ਬਖਸ਼ਿਆ ਹੈ। ਜਿਹੜਾ ਸ਼ਰਨ ਆਉਂਦਾ ਮਹਾਰਾਜ ਦਾ ਸੁਭਾਅ ਹੈ, ਸੱਚੇ ਪਾਤਸ਼ਾਹ ਉਹਦੇ ਉੱਤੇ ਕਿਰਪਾ ਕਰ ਦਿੰਦੇ ਨੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਿਰਧ ਹੈ। ਮਹਾਰਾਜ ਦੀ ਪਾਵਨ ਬਾਣੀ ਵਿੱਚ ਬਚਨ ਹੈ, ਸਤਿਗੁਰੂ ਕਹਿੰਦੇ, ਲੇਖੈ ਕਿਤੇ ਕਤਹਿ ਨਾ ਛੂਟੀਐ, ਖਿਨ ਖਿਨ ਭੁੱਲਣਹਾਰ। ਜਿਹੜਾ ਇਨਸਾਨ ਹੈ ਉਹ ਤੇ ਭੁੱਲਣਹਾਰ ਹੈ। ਔਰ ਆਪਾਂ ਇਹ ਆਖੀਏ ਅਸੀਂ ਗਲਤੀਆਂ ਨਹੀਂ ਕਰਦੇ, ਅਸੀਂ ਤੇ ਖਿਨ ਖਿਨ ਗਲਤੀ ਕਰਦੇ ਹਾਂ, ਇੱਕ ਇੱਕ ਪਲ ਗਲਤੀਆਂ ਦੇ ਪੁਤਲੇ ਆ। ਪਰ ਇਹ ਹੁੰਦਾ ਸਾਧ ਸੰਗਤ, ਧਰਮ ਦੀ ਦੁਨੀਆ 'ਚ ਜਾਣ ਬੁੱਝ ਕੇ ਗਲਤੀ ਨਹੀਂ ਕਰਨੀ। ਜੋ ਅਣਜਾਣਪੁਣੇ 'ਚ ਗਲਤੀ ਹੋ ਗਈ ਹੈ ਉਹਦੇ ਲਈ ਵੀ ਖਿਮਾ ਦੀ ਗੁਹਾਰ ਲਾਉਣੀ ਮਾਲਕ ਦੇ ਚਰਨਾਂ 'ਚ, ਮੇਰੇ ਤੇ ਕਿਰਪਾ ਕਰਕੇ ਬਖਸ਼ ਲਾ। ਸਤਿਗੁਰੂ ਮਹਾਰਾਜ ਨੇ ਬੜਿਆਂ ਤੇ ਰਹਿਮਤਾਂ ਕੀਤੀਆਂ, ਚੋਰਾਂ ਉੱਤੇ, ਠੱਗਾਂ ਉੱਤੇ। ਸੱਜਣ ਠੱਗ ਹੈ, ਜਿਹਨੂੰ ਮਹਾਰਾਜ ਨੇ ਸੱਜਣ ਸੰਤ ਬਣਾ ਦਿੱਤਾ। ਭੂਮੀਆਂ ਚੋਰ ਹੈ ਬਹੁਤ ਵੱਡਾ, ਉਹਨੂੰ ਮਹਾਰਾਜ ਕਹਿੰਦੇ ਹਨ ਪ੍ਰਸ਼ਾਦਾ ਅਸੀਂ ਛਕ ਲਵਾਂਗੇ, ਪਰ ਚੋਰੀ ਬਹੁਤ ਮਾੜੀ ਹੈ। ਚੋਰੀ ਦੀ ਹਾਮੀ ਨਹੀਂ ਭਰਦੇ ਮਹਾਰਾਜ ਜੀ। ਬਾਣੀ 'ਚ ਮਹਾਰਾਜ ਨੇ ਨਿਰਣਾ ਕੀਤਾ ਹੈ ਚੋਰੀ ਛੱਡਣੀ ਪੈਣੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਰੂਹਾਨੀ ਜੀਵਨ ਜਦੋਂ ਪ੍ਰਦਾਨ ਕਰਦੇ ਹਨ ਤੇ ਅੰਦਰ ਜਿਹੜੇ ਸਾਡੇ ਔਗਣ ਹਨ ਉਹਨਾਂ ਨੂੰ ਦੂਰ ਕਰਦੇ ਨੇ ਮਹਾਰਾਜ। ਇਸ ਕਰਕੇ ਜਿਹੜਾ ਭਗਤ ਹੁੰਦਾ ਹੈ ਜਾਂ ਗੁਰੂ ਦਾ ਸਿੱਖ ਹੁੰਦਾ, ਉਹ ਗੁਣਾਂ ਦੀ ਖਾਣ ਬਣ ਜਾਂਦਾ ਮਹਾਰਾਜ ਦੀ ਕਿਰਪਾ ਦੇ ਨਾਲ। ਕਰ ਹੁਕਮ ਮਸਤਕ ਹੱਥ, ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਮਹਾਰਾਜ ਦਾ ਬਿਰਧ ਹੈ। ਸਤਿਗੁਰੂ ਕਹਿੰਦੇ ਚੋਰੀ ਛੱਡ। ਭੂਮੀਆਂ ਕਹਿੰਦਾ ਮੈਂ ਬਚਨ ਨਹੀਂ ਕਰ ਸਕਦਾ, ਕਿਉਂਕਿ ਖਾਨਦਾਨੀ ਪੇਸ਼ਾ ਹੈ, ਹੱਡਾਂ ਵਿੱਚ ਰਚੀ ਹੋਈ ਹੈ, ਖੂਨ ਦੇ ਵਿੱਚ ਹੈ। ਮਹਾਰਾਜ ਚੋਰੀ ਕਰਨ ਦਾ ਸੁਭਾਅ ਨਹੀਂ ਛੱਡ ਸਕਦਾ। ਇਸ ਤਰ੍ਹਾਂ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਹਜ਼ੂਰ ਵੀ ਇੱਕ ਚੋਰ ਆਇਆ ਸੀ ਸੰਗਤ ਵਿੱਚ ਰਲ ਕੇ। ਜਦੋਂ ਆ ਕੇ ਉਹਨੇ ਮੱਥਾ ਟੇਕਿਆ ਤੇ ਅੰਤਰਜਾਮੀ ਗੁਰੂ ਮਹਾਰਾਜ ਉਹ ਮੱਥਾ ਟੇਕ ਰਿਹਾ ਤੇ ਸਾਹਿਬ ਜੀ ਫਰਮਾ ਰਹੇ ਨੇ, ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਉਹਨੇ ਤੌਬਾ ਕੀਤੀ। ਮਹਾਰਾਜ ਨੇ ਆਖਿਆ ਇਹ ਜਿਹੜੀ ਭੈੜੀ ਵਾਦੀ ਹੈ ਨਾ ਤੈਨੂੰ ਪਈ ਹੋਈ, ਇਹ ਤੈਨੂੰ ਕਿਤੇ ਟਿਕਣ ਨਹੀਂ ਦਵੇਗੀ, ਇਹਨੂੰ ਛੱਡ। ਫਿਰ ਮਹਾਰਾਜ ਨੇ ਜਦੋਂ ਕਿਰਪਾ ਦ੍ਰਿਸ਼ਟੀ ਪਾ ਦਿੱਤੀ, ਇਹ ਕਹਿੰਦਾ ਮਹਾਰਾਜ ਹੁਣ ਮੈਂ ਚੋਰੀ ਨਹੀਂ ਕਰਾਂਗਾ। ਇਸ ਤਰ੍ਹਾਂ ਕਲਗੀਧਰ ਪਿਤਾ ਜੀ ਦੇ ਜੀਵਨ ਵਿੱਚ ਵੀ ਜ਼ਿਕਰ ਆਉਂਦਾ। ਸੰਗਤਾਂ ਵਿੱਚ ਇੱਕ ਚੋਰ ਆਇਆ ਆਪਣੇ ਪਰਿਵਾਰ ਦੇ ਸਮੇਤ, ਸਾਡੇ ਇਤਿਹਾਸ 'ਚ ਲਿਖਿਆ ਹੈ। ਉਹਨੇ ਆ ਕੇ ਸਤਿਗੁਰੂ ਮਹਾਰਾਜ ਦੇ ਹਜ਼ੂਰ ਅਰਦਾਸ ਕੀਤੀ। ਵੇਖੋ ਚੋਰ ਦੀ ਅਰਦਾਸ, ਕਹਿੰਦਾ ਮਹਾਰਾਜ ਮੈਂ 3 ਖੀਸੇ ਕੱਟਣੇ ਨੇ,
ਮੇਰੇ ਤੇ ਕਿਰਪਾ ਕਰ ਦਿਓ, ਮੈਂ ਫੜਿਆ ਨਾ ਜਾਵਾਂ। ਕਵੀ ਸੰਤੋਖ ਸਿੰਘ ਜੀ ਹੋਰਾਂ ਨੇ ਲਿਖਿਆ ਬਚਨ ਉਹਦੇ ਅੰਦਰ ਨੂੰ ਸ਼ਾਂਤੀ ਨਾ ਆਈ, ਧੀਰਜ ਨਾ ਆਇਆ, ਕਿਉਂਕਿ ਠੰਡ ਅੰਦਰ ਨੂੰ ਤਾਂ ਪਵੇਗੀ ਜੇ ਮਹਾਰਾਜ ਦੇ ਹੁਕਮ ਨੂੰ ਕੋਈ ਮੰਨੇਗਾ। 3 ਖੀਸੇ ਕੱਟੇ, ਕਾਮਯਾਬ ਹੋ ਗਿਆ, ਚੌਥਾ ਫੇਰ ਕੱਟ ਲਿਆ। ਮਹਾਰਾਜ ਅੰਤਰਜਾਮੀ ਨੇ ਆਪਣਾ ਅਰਦਾਸੀਆ ਭੇਜਿਆ, ਉਹਦਾ ਇਸ ਤਰ੍ਹਾਂ ਦਾ ਇਵੇਂ ਦੀ ਸ਼ਕਲ ਹੈ, ਇਵੇਂ ਦਾ ਹੁਲੀਆ, ਉਹਨੂੰ ਲੈ ਕੇ ਆਓ। ਜਦੋਂ ਉਹਨੂੰ ਹਾਜ਼ਰ ਕੀਤਾ ਮਹਾਰਾਜ ਦੇ ਸਾਹਮਣੇ, ਤੇ ਸਤਿਗੁਰੂ ਮਹਾਰਾਜ ਨੇ ਸਾਰੀ ਉਹਦੀ ਜਿਹੜੀ ਦਿਲ ਦੀ ਗੱਲ ਸੀ, ਜੋ ਅਰਦਾਸ ਉਹਨੇ ਕੀਤੀ ਸੀ, ਉਹਨੂੰ ਪ੍ਰਗਟ ਕਰ ਦਿੱਤਾ। ਤੇ ਮਹਾਰਾਜ ਨੇ ਆਖਿਆ, ਓਏ ਕਿਹੜੇ ਮਾਰਗ ਉੱਤੇ ਤੂੰ ਤੁਰਿਆ ਹੋਇਆ ਹੈ? ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਸਮਝਾਇਆ। ਤੇ ਉਹਨੇ ਆਖਿਆ, ਮਹਾਰਾਜ ਜੀ ਮੇਰੇ ਤੇ ਕਿਰਪਾ ਕਰ ਦਿਓ। ਸਤਿਗੁਰੂ ਕਹਿੰਦੇ ਚੋਰੀ ਛੱਡ ਦੇ। ਇਹ ਮਹਾਰਾਜ ਦੇ ਘਰ ਦਾ ਬਿਰਧ ਹੈ, ਸਾਧ ਸੰਗਤ ਕੌਣ ਕੌਣ ਨਾ ਬਖਸ਼ਿਆਨ। ਸੱਚੇ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਕਹਿੰਦੇ ਹਨ ਕਿ ਕਿੰਨਾ ਕਿੰਨਾ ਨੂੰ ਨਹੀਂ ਬਖਸ਼ਿਆ ਮਹਾਰਾਜ ਨੇ। ਜਿਹੜਾ ਸ਼ਰਨੀ ਪੈ ਗਿਆ ਉਹਦੇ ਉੱਤੇ ਕਿਰਪਾ ਹੋਣੀ ਹੋਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਸੋ ਇਸ ਤਰ੍ਹਾਂ ਬਾਣੀ ਵਿੱਚ ਬਚਨ ਨੇ। ਮਹਾਰਾਜ ਕਹਿੰਦੇ ਹਨ ਕਿ ਖਤਿਓਂ ਜੰਮੇ ਖਤੇ ਕਰਨ, ਤਾਂ ਖਤਿਆਂ ਵਿੱਚ ਪਾਹੇ। ਮਹਾਰਾਜ ਕਹਿੰਦੇ ਇਹ ਗੁਨਾਹਾਂ ਕਰਕੇ ਜਨਮ ਹੋਇਆ, ਗੁਨਾਹ ਹੀ ਜ਼ਿੰਦਗੀ ਵਿੱਚ ਕਰ ਰਹੇ ਆ। ਗੁਨਾਹਾਂ ਕਰ ਕਰਕੇ ਗੁਨਾਹਾਂ ਜੋਗੇ ਹੀ ਹੋ ਗਏ ਆ। ਧੋਤੇ ਮੂਲ ਨਾ ਉਤਰੈ, ਜੇ ਸੋ ਧੋਵਣ ਪਾਹੇ। ਨਾਨਕ ਬਖਸ਼ੇ ਬਖਸ਼ੀਐ, ਨਾਹੀ ਤਾਂ ਪਾਹੀ ਪਾਹੇ। ਤੂੰ ਕਿਰਪਾ ਕਰਕੇ ਬਖਸ਼ ਲਾ, ਤੂੰ ਬਖਸ਼ਿੰਦਾ ਹੈ। ਜੇ ਤੂੰ ਬਖਸ਼ ਲਿਆ ਤੇ ਠੀਕ ਹੈ, ਨਹੀਂ ਫਿਰ ਜੁੱਤੀਆਂ ਪੈਣਗੀਆਂ। ਪਾਹੀ ਪਾਹੇ ਦਾ ਮਤਲਬ ਜੁੱਤੀਆਂ ਪੈਣਗੀਆਂ। ਇਸ ਤਰ੍ਹਾਂ ਸਾਧ ਸੰਗਤ ਤੇ ਅਰਦਾਸ ਹੈ। ਅਦਲੀ ਜੀ ਦੇ ਰਾਹੀਂ ਬਾਬਾ ਬਿਧੀ ਚੰਦ ਮਹਾਰਾਜ ਦੀ ਹਜ਼ੂਰੀ 'ਚ ਪਹੁੰਚ ਗਏ। ਵੇਖੋ ਕਿੱਡੇ ਚੋਰ ਸਨ। ਕਿਰਪਾ ਇੰਨੀ ਹੋ ਗਈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੱਕ ਪੂਰਨ ਗੁਰਸਿੱਖ ਬਣ ਗਏ। ਜਦੋਂ ਤੌਬਾ ਕੀਤੀ ਮਾੜੇ ਕਰਮਾਂ ਤੋਂ, ਇੱਕ ਪੂਰਨ ਗੁਰਸਿੱਖ ਬਣ ਗਏ। ਇੱਕ ਸਮਾਂ ਆਇਆ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਖੁਸ਼ ਹੋ ਕੇ ਬਚਨ ਫਰਮਾਇਆ। ਗਰੀਬ ਨਵਾਜ ਨੇ ਆਖਿਆ ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ। ਮਹਾਰਾਜ ਨੇ ਆਖਿਆ ਸਦਾ ਪ੍ਰੇਮ ਭਗਤ ਲੀਨਾ, ਕਬੂ ਕਮੀ ਨਾ। ਮਹਾਰਾਜ ਨੇ ਆਖਿਆ ਕਦੇ ਤੁਹਾਨੂੰ ਕਮੀ ਨਹੀਂ ਰਵੇਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੁਰਠਦੇ ਨੇ ਤੇ ਫਿਰ ਮਹਾਰਾਜ ਕਹਿੰਦੇ ਮੰਗ ਕੁਝ। ਤੇ ਬਾਬਾ ਬਿਧੀ ਚੰਦ ਨੇ ਅਰਦਾਸ ਕਰਕੇ ਮੰਗ ਮੰਗੀ ਮਹਾਰਾਜ ਕੋਲੋਂ। ਸੱਚੇ ਪਾਤਸ਼ਾਹ ਦੇ ਹਜੂਰ ਇਹ ਅਰਦਾਸ ਕੀਤੀ, ਮਹਾਰਾਜ ਸਤਿਗੁਰ ਦਾ ਸੰਗ, ਸਾਧ ਦਾ ਸੰਗ। ਮਹਾਰਾਜ ਨੂੰ ਇਹ ਬੇਨਤੀ ਕੀਤੀ, ਨਿਸ਼ਚਾ ਭੰਗ। ਮਹਾਰਾਜ ਕਿਰਪਾ ਕਰ ਦਿਓ, ਨਿਸ਼ਚਾ ਨਾ ਕਦੇ ਡੋਲੇ, ਨਿਸ਼ਚਾ ਅਭੰਗ। ਤੇ ਨਾਲ ਬੇਨਤੀ ਕੀਤੀ, ਮਹਾਰਾਜ ਨਾਮ ਦਾ ਰੰਗ, ਨਾਮ ਦਾ ਰੰਗ ਚੜੇ। ਸੋ ਇਸ ਤਰ੍ਹਾਂ ਬੜੀ ਬੜੀ ਕਿਰਪਾ ਹੈ। ਜਦੋਂ ਜੰਗ ਯੁੱਧ ਦੀ ਗੱਲ ਕਰੀਏ ਤੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਪਣੇ ਹੀ ਸਨਮੁਖ, ਉਹਨਾਂ ਦੇ ਆਪਣੇ ਹੱਥੀਂ ਪਾਲਿਆ ਪੋਸਿਆ, ਜਿਹਨੂੰ ਖੁਰਾਕਾਂ ਦੇ ਵੱਡਾ ਕੀਤਾ, ਉਹੀ ਪੈਂਦਾ ਖਾਨ ਆਣ ਕੇ ਟੱਕਰ ਪਿਆ ਹੈ। ਔਰ ਮਹਾਰਾਜ ਦੇ ਨਾਲ ਕੇਵਲ ਮੂੰਹ ਬੋਲਿਆ ਨਹੀਂ, ਬਲਕਿ ਲੜਾਈ ਕੀਤੀ ਹੈ। ਮਹਾਰਾਜ ਉੱਤੇ ਵਾਰ ਕੀਤੇ ਨੇ। ਇਸ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਹੈ? ਜਦੋਂ ਸਤਿਗੁਰੂ ਮਹਾਰਾਜ ਦੇ ਸਨਮੁਖ ਆ ਖਲੋਤਾ, ਮਹਾਰਾਜ ਕਹਿੰਦੇ ਪੈਂਦਾ ਖਾਂ ਵਾਰ ਕਰ ਲਾ ਪਹਿਲਾਂ, ਤਾਂ ਕਿ ਤੇਰੇ ਮਨ ਦੇ ਵਿੱਚ ਹਰਸ ਨਾ ਰਹਿ ਜਾਏ। ਤੂੰ ਆਪਣਾ ਚਾਅ ਪੂਰਾ ਕਰ। ਇਹਨੂੰ ਪਤਾ ਸੀ ਮਹਾਰਾਜ ਦੀ ਸ਼ਕਤੀ ਦਾ। ਕਹਿੰਦਾ ਮਹਾਰਾਜ ਤੀਰ ਕਮਾਨ ਰੱਖ ਦਿਓ, ਸਿੱਧੇ ਹੋ ਕੇ ਟੱਕਰੋ। ਮਹਾਰਾਜ ਨੇ ਕਮਾਨ ਮੋਢੇ ਤੇ ਟੰਗ ਲਿਆ। ਤੇ ਫਿਰ ਇਹਨੇ ਸਾਧ ਸੰਗਤ ਜਦੋਂ ਵਾਰ ਕੀਤਾ ਤੇ ਸੱਚੇ ਪਾਤਸ਼ਾਹ ਨੇ ਆਪਣੀ ਰਕਾਬ ਤੇ ਰੋਕ ਲਿਆ। ਫਿਰ ਇਤਿਹਾਸਕਾਰ ਕਹਿੰਦੇ ਦੂਜਾ ਵਾਰ ਕੀਤਾ, ਮਹਾਰਾਜ ਨੇ ਢਾਲ ਤੇ ਰੋਕ ਲਿਆ। ਤੀਜਾ ਵਾਰ ਇਹਨੇ ਫੇਰ ਕੀਤਾ। ਵਾਰ ਦੇ ਬਦਲੇ ਮਹਾਰਾਜ ਨੇ ਅੱਗੋਂ ਵਾਰ ਕਰਕੇ ਉਹਦਾ ਵਾਰ ਰੋਕਿਆ ਤੇ ਕੇਵਲ ਮੁੱਠੀ ਰਹਿ ਗਈ ਹੱਥ ਦੇ ਵਿੱਚ, ਤਲਵਾਰ ਟੁੱਟ ਗਈ। ਇੱਕਦਮ ਬੜੀ ਸ਼ੀਘਰਤਾ ਨਾਲ ਘੋੜੇ ਤੋਂ ਥੱਲੇ ਉਤਰ ਆਇਆ। ਜਿਹੜੇ ਕੰਮ ਦੇ ਵਿੱਚ ਮਾਹਰ ਸੀ ਉਹ ਇਹ ਸੀ ਕਿ ਘੋੜੇ ਨੂੰ ਸਵਾਰ ਦੇ ਸਮੇਤ ਚੁੱਕ ਕੇ ਪਲਟਾ ਦਿੰਦਾ ਸੀ। ਮਹਾਰਾਜ ਦੇ ਘੋੜੇ ਦੇ ਹੇਠਾਂ ਵੜ ਗਿਆ, ਪਰ ਇਹ ਚੁੱਕਣ ਵਿੱਚ ਘੋੜੇ ਨੂੰ ਤੇ ਘੋੜੇ ਨੂੰ ਪਲਟਾਉਣ ਵਿੱਚ ਕਾਮਯਾਬ ਨਾ ਹੋਇਆ। ਪਰ ਇੰਨਾ ਜ਼ਰੂਰ ਇਹਨੂੰ ਕਾਮਯਾਬੀ ਮਿਲ ਗਈ ਵੀ ਘੋੜਾ ਅੱਗੇ ਤੁਰ ਨਾ ਸਕਿਆ। ਮਹਾਰਾਜ ਨੇ ਰਕਾਬ ਦੇ ਉੱਤੇ ਪੈਰ ਆਪਣੇ ਚਰਨ ਦਾ ਜ਼ੋਰ ਪਾ ਕੇ ਨਾ ਇਹਦੇ ਢਾਲ ਮਾਰੀ। ਮਹਾਰਾਜ ਨੇ ਨੀਵੇਂ ਹੋ ਕੇ
ਢਾਲ ਮਾਰੀ ਉਸੇ ਵਕਤ ਇੱਕੋ ਮਹਾਰਾਜ ਨੇ ਵਾਰ ਕੀਤਾ, ਮੂਰਛਤ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਇਹਦੇ ਪ੍ਰਾਣ ਨਿਕਲਣ ਲੱਗੇ ਨੇ, ਬੜੀ ਗਰਮੀ ਪੈ ਰਹੀ ਹੈ, ਸਾਹਿਬ ਜੀ ਥੱਲੇ ਉਤਰ ਆਏ ਤੇ ਇੰਨੇ ਤਰਸ ਦੇ ਘਰ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੇ ਉੱਤੇ ਆਪਣੀ ਢਾਲ ਦੇ ਨਾਲ ਛਾਂ ਕੀਤੀ। ਆਖਰੀ ਸਾਹ ਲੈ ਰਿਹਾ ਹੈ, ਵਾਰ ਇੱਕੋ ਹੀ ਕੀਤਾ ਮਹਾਰਾਜ ਨੇ ਢਾਲ ਦਾ। ਆਖਰੀ ਸਾਹ ਲੈ ਰਿਹਾ ਹੈ ਸੱਚੇ ਪਾਤਸ਼ਾਹ ਜੀ। ਇੰਨੇ ਵੇਖੋ ਤਰਸ ਦੇ ਘਰ ਨੇ, ਮਹਾਰਾਜ ਕਹਿੰਦੇ ਹਨ ਪੈਂਦੇ ਖਾਂ ਕਲਮਾ ਪੜ੍ਹ, ਆਖਰੀ ਸਮਾਂ ਆ ਗਿਆ ਤੇਰਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਦੇ ਉੱਤੇ ਜਮਸ਼ੈਦ ਖਾਨ ਗੁੱਲ ਖਾਨ ਨੇ ਹਮਲਾ ਕੀਤਾ ਸੀ। ਜਦੋਂ ਜਮਸ਼ੈਦ ਖਾਨ ਨੇ ਤਲਵਾਰ ਦਾ ਹਮਲਾ ਕੀਤਾ, ਮਹਾਰਾਜ ਨੇ ਮੋੜਵਾਂ ਜਵਾਬ ਦਿੱਤਾ ਇਹਨੂੰ। ਜਦੋਂ ਤਲਵਾਰ ਮਾਰੀ ਇਹਦੇ ਪ੍ਰਾਣ ਨਿਕਲਣ ਲੱਗੇ, ਬੜਾ ਦਰਦ ਹੋਇਆ ਜਦੋਂ ਮਹਾਰਾਜ ਨੇ ਇਹਨੂੰ ਤਲਵਾਰ ਮਾਰੀ। ਇਹ ਕਹਿੰਦਾ ਹਾਏ ਅੰਮਾ। ਤੇ ਲਿਖਦੇ ਨੇ ਇਤਿਹਾਸਕਾਰ, ਮਹਾਰਾਜ ਕਲਗੀਧਰ ਪਿਤਾ ਨੇ ਉਹਨੂੰ ਆਖਿਆ ਸੀ, ਅਰੇ ਜੇ ਅੰਮਾ ਕਹਿਣੇ ਕਾ ਵਕਤ ਹੈ ਅੱਲਾ ਕਹੋ ਅੱਲਾ। ਵੇਖੋ ਦੁਸ਼ਮਣ ਨੂੰ ਵੀ ਰੱਬ ਚੇਤੇ ਕਰਾ ਰਹੇ ਨੇ। ਗੁਰੂ ਮਹਾਰਾਜ ਵਰਗਾ ਤਰਸ ਕਿਹਦੇ ਵਿੱਚ ਹੋ ਸਕਦਾ ਹੈ। ਇਸੇ ਕਰਕੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਉਚਾਰੇ ਨੇ। ਆਪ ਜੀ ਕਹਿੰਦੇ, ਸ਼੍ਰੀ ਗੁਰ ਦਿਆਲ ਕੀ ਦਇਆ ਨ ਆਨ ਦੇਵ ਮੈਂ, ਖੰਡ ਬ੍ਰਹਮੰਡ ਉਦੇ ਅਸਤ ਲੁਤਾਈਐ। ਕਿਸੇ ਵੀ ਦੇਵੀ ਦੇਵਤੇ, ਪੀਰ ਫਕੀਰ, ਪੈਗੰਬਰ, ਔਲੀਏ ਅਵਤਾਰ ਵਿੱਚ ਇੰਨੀ ਦਇਆ ਨਹੀਂ, ਇੰਨੀ ਰਹਿਮਤ ਨਹੀਂ, ਇੰਨਾ ਤਰਸ ਦੇ ਘਰ ਵਿੱਚ ਨਹੀਂ ਉਹ ਆ ਸਕਦਾ ਜਿੱਡੀ ਛੇਤੀ ਰੀਝਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿੱਡੀ ਛੇਤੀ ਕਿਰਪਾ ਕਰਦੇ ਬਾਬਾ ਨਾਨਕ ਮਹਾਰਾਜ ਸੱਚੇ ਪਾਤਸ਼ਾਹ। ਇਹ ਪੈਂਦੇ ਖਾਂ ਨੂੰ ਮਹਾਰਾਜ ਕਹਿੰਦੇ ਪੜ੍ਹ ਲਾ ਕਲਮਾ, ਸਮਾਂ ਆ ਗਿਆ। ਇਹ ਕਹਿੰਦਾ ਮਹਾਰਾਜ ਤੁਹਾਡੇ ਬਚਨ ਹੀ ਮੇਰੇ ਲਈ ਕਲਮਾ ਨੇ। ਉਹਨੂੰ ਵੀ ਪ੍ਰਤੀਤ ਆ ਗਈ ਮਰਨ ਲੱਗੇ ਨੂੰ, ਸਵਾਸ ਨਿਕਲ ਗਏ, ਮਰ ਗਿਆ। ਸੋ ਇਸ ਤਰ੍ਹਾਂ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਬਚਨ ਇਹ ਤਰਲਾ ਹੀ ਹੈ। ਜਿਹੜੇ ਬਚਨ ਆਉਂਦੇ ਨਾ ਭੱਟਾਂ ਦੇ, ਭੱਟ ਅਰਦਾਸ ਕਰ ਰਹੇ ਨੇ, ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਪ ਫਰਮਾਉਂਦੇ ਹਨ, ਹਮ ਅਵਗੁਣ ਭਰੇ ਏਕ ਗੁਣ ਨਾਹੀ। ਇਹਦਾ ਮਤਲਬ ਇਹ ਨਹੀਂ ਵੀ ਭੱਟ ਜਿਹੜੇ ਨੇ ਔਗਣਾਂ ਨਾਲ ਭਰੇ ਹੋਏ ਨੇ। ਅਸਲ ਵਿੱਚ ਇਹ ਹੈ ਆਤਮਕ ਮੁਤਲਾਸ਼ੀ ਜੀਵਨ ਵਾਲਿਆਂ ਦੀ ਸਮਝ ਵਿੱਚ ਆਈ ਗੱਲ ਕਿ ਜਦੋਂ ਕੋਈ ਨਾਮ ਜਪਦਾ ਉਹਦੇ ਅੰਦਰੋਂ ਉਹਨੂੰ ਆਪਣੇ ਕੀਤੇ ਹੋਏ ਗੁਨਾਹ, ਕੀਤੇ ਹੋਏ ਪਾਪ ਕਰਮ ਨਜ਼ਰ ਆਉਣ ਲੱਗ ਪੈਂਦੇ ਨੇ, ਕਿਉਂਕਿ ਨਜ਼ਰ ਆਪਣੇ ਉੱਤੇ ਟਿਕਦੀ ਹੈ, ਆਪਣੇ ਉੱਤੇ ਧਿਆਨ ਟਿਕ ਜਾਂਦਾ ਹੈ। ਐਸਾ ਦੁਨੀਆਦਾਰ ਲਈ ਨਹੀਂ ਹੁੰਦਾ। ਆਮ ਦੁਨੀਆਦਾਰ ਖਿਮਾ ਕਰਨਾ ਜਿਹੜਾ ਹੈ ਨਾ, ਉਹਦੀ ਨਜ਼ਰ ਦੂਜਿਆਂ ਤੇ ਟਿਕਦੀ ਹੈ। ਇਸ ਲਈ ਸਾਨੂੰ ਦੂਜਿਆਂ 'ਚੋਂ ਨੁਕਸ ਲੱਭਦੇ, ਅਸੀਂ ਦੂਜਿਆਂ ਦੇ ਪਰਦੇ ਫਰੋਲਦੇ ਹਾਂ। ਪਰ ਭਗਤ ਨੂੰ ਆਪਣਾ ਆਪ ਦਿਖਾਈ ਦਿੰਦਾ ਹੈ ਤੇ ਉਹਦੀ ਅਰਦਾਸ ਹੈ ਮਨੋ ਚਿੱਤੋਂ। ਕਿਸ ਤਰ੍ਹਾਂ ਦੀ ਅਰਦਾਸ ਹੋ ਰਹੀ ਹੈ ਵੇਖੋ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡੋ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾ ਰਾਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰਮਤਿ ਦੇ ਮਾਰਤੰਡ ਬ੍ਰਹਮ ਗਿਆਨ ਦੀ ਮੂਰਤ ਨੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ। ਕਿੱਡੀ ਰਹਿਮਤ ਹੈ ਉਹਨਾਂ ਦੇ ਉੱਪਰ। ਤੇ ਉਹਨਾਂ ਦਾ ਬਚਨ ਪੜ੍ਹੀਏ, ਉਹਨਾਂ ਨੇ ਆਪਣੇ ਵਿੱਚੋਂ ਨਾ ਔਗਣ ਦੱਸੇ, ਆਪਣੇ ਔਗਣ ਤੇ ਵੱਡੇ ਵੱਡੇ ਗੁਨਾਹ ਦੱਸੇ, ਵੱਡੇ ਵੱਡੇ ਵੀ। ਆਪ ਜੀ ਕਹਿੰਦੇ ਨੇ, ਹਉ ਅਪਰਾਧੀ ਗੁਨਾਹਗਾਰ। ਅਰਦਾਸ ਰੂਪ ਵਿੱਚ ਬੇਨਤੀ ਹੈ, ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ। ਚੋਰ ਯਾਰ ਜੁਆਰ ਹਉ ਪਰ ਘਰ ਜੁਹੰਦਾ। ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ। ਵਿਸ਼ਾਸ ਕਾਤੀ ਅਕਿਰਤ ਕਾਣ, ਮੈਂ ਕੋ ਨਾ ਰਖੰਦਾ। ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਭਾਈ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਸਾਧ ਸੰਗਤ ਕਬਿੱਤ ਦੇ ਰੂਪ ਵਿੱਚ। ਆਪ ਜੀ ਕਹਿੰਦੇ, ਮਾਲਕ ਮੈਂ ਇਸ ਤਰ੍ਹਾਂ ਸੁਣਿਆ ਵੀ ਤੂੰ ਭਗਤ ਵਸ਼ਲ ਹੈ,
ਭਗਤਾਂ ਉੱਤੇ ਕਿਰਪਾ ਕਰਨ ਵਾਲੇ ਨੂੰ ਆਖੀਦਾ ਭਗਤ ਵਸ਼ਲ। ਮੈਂ ਸੁਣਿਆ ਤੇ ਮੈਂ ਡਰ ਗਿਆ ਵੀ ਤੂੰ ਤੇ ਭਗਤ ਵਸ਼ਲ ਹੈ ਤੇ ਮੈਂ ਹਾਂ ਪਤਤ, ਮੇਰਾ ਕੀ ਬਣੇਗਾ। ਫਿਰ ਕਹਿੰਦੇ ਪਤਾ ਲੱਗਿਆ ਵੀ ਤੂੰ ਭਗਤ ਵਸ਼ਲ ਤੇ ਹੈ, ਪਰ ਪਤਤਾਂ ਦੇ ਉੱਤੇ ਵੀ ਰਹਿਮਤ ਕਰਨ ਵਾਲਾ ਹੈ, ਪਤਤਾਂ ਨੂੰ ਪਾਵਨ ਕਰਨ ਵਾਲਾ ਹੈ। ਜੇ ਕੋਈ ਬੜਾ ਵੱਡਾ ਗੁਨਾਹਗਾਰ ਤੇਰੀ ਹਜ਼ੂਰੀ ਚ ਆ ਜਾਏ, ਤੇਰੀ ਸ਼ਰਨ ਆਣ ਕੇ ਤੌਬਾ ਕਰੇ ਆਪਣੇ ਕੀਤੇ ਗੁਨਾਹਾਂ ਤੋਂ, ਤੇ ਉਹਦੇ ਉੱਤੇ ਵੀ ਤੂੰ ਕਿਰਪਾ ਕਰ ਦੇਣਾ ਹੈ। ਫਿਰ ਆਪ ਜੀ ਕਹਿੰਦੇ ਜਦੋਂ ਮੈਂ ਤੇਰੇ ਵੱਲ ਤੁਰਦਾ ਮੈਨੂੰ ਪਤਾ ਲੱਗਦਾ ਵੀ ਤੂੰ ਦਿਲਾਂ ਦੀ ਜਾਣਨਹਾਰ ਹੈ, ਅੰਤਰਜਾਮੀ ਹੈ। ਕਿਵੇਂ ਕਰਨਾ, ਆਪਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਆਉਂਦੇ ਆ ਨਾ ਬੇਖੌਫ ਹੋ ਕੇ, ਵੀ ਜਿਵੇਂ ਇਸ ਤਰ੍ਹਾਂ ਲੱਗਦਾ ਵੀ ਕਿਹੜਾ ਮਾਲਕ ਵੇਖ ਰਿਹਾ ਹੈ, ਇਹਨੂੰ ਕੀ ਪਤਾ ਮਾਲਕ ਨੂੰ ਵੀ ਅਸੀਂ ਕਿਸ ਤਰ੍ਹਾਂ ਦੇ ਕੰਮ ਕਰਦੇ ਆ। ਪਰ ਸਤਿਗੁਰੂ ਮਹਾਰਾਜ ਦੀ ਬਾਣੀ 'ਚ ਹੀ ਆਪਾਂ ਬਚਨ ਪੜ੍ਹਿਆ ਆਪਾਂ ਹੁਣੇ ਵੀ ਸਦਾ ਹੀ ਵੇਖਦਾ, ਸਦਾ ਹੀ ਸੁਣਦਾ ਹੈ। ਇਹਦਾ ਮਤਲਬ ਅੰਤਰਜਾਮੀ ਹੈ, ਅੰਤਰਜਾਮੀ ਹੈ। ਤੇ ਸਾਧ ਸੰਗਤ ਸਾਰਿਆਂ ਨੂੰ ਇਸੇ ਕਰਕੇ ਮਹਾਰਾਜ ਨੇ ਬਾਣੀ ਵਿੱਚ ਆਖਿਆ ਹੈ, ਵੇਖ ਨਦਰੀ ਹੇਠ ਚਲਾਇਂਦਾ, ਆਪਣੀ ਨਜ਼ਰ ਦੇ ਹੇਠਾਂ ਰੱਖ ਕੇ ਸਭ ਨੂੰ ਚਲਾ ਰਿਹਾ ਹੈ। ਇਸ ਤਰ੍ਹਾਂ ਆਪ ਜੀ ਕਹਿੰਦੇ ਮੈਨੂੰ ਪਤਾ ਲੱਗਿਆ ਵੀ ਤੂੰ ਅੰਤਰਜਾਮੀ ਹੈ, ਫਿਰ ਮੇਰਾ ਕੀ ਬਣੇਗਾ। ਨਾਲ ਹੀ ਇਹ ਗੱਲ ਸਮਝ ਪੈ ਗਈ ਵੀ ਤੂੰ ਦੀਨਾਂ ਉੱਤੇ ਦਿਆਲੂ ਵੀ ਹੈ। ਕਹਿੰਦੇ ਮੈਂ ਤੇ ਛੋਟਾ ਜਿਹਾ, ਪਰ ਜਿਹੜਾ ਚੰਦਨ ਦਾ ਬੂਟਾ ਉਹ ਨਿੱਕਾ ਹੀ ਹੁੰਦਾ ਹੈ, ਜਿਹੜਾ ਸਾਧ ਸੰਗਤ ਸਿਮਲ ਦਾ ਰੁੱਖ ਬਹੁਤ ਵੱਡਾ ਹੈ, ਬੱਦਲਾਂ ਨੂੰ ਉਹਦੇ ਸਿਖਰ ਛੂੰਹਦੇ ਹਨ। ਪਰ ਜਿਹੜਾ ਚੰਦਨ ਹੈ ਨਾ, ਚੰਦਨ ਦੀ ਜਦੋਂ ਉਹਨੂੰ ਮਿਲ ਜਾਂਦੀ ਹੈ ਸੰਗਤ, ਤੇ ਸਿਮਲ ਦਾ ਰੁੱਖ ਵੀ ਜਿਹੜਾ ਉਹ ਬਹੁਤ ਖੁਸ਼ਬੂਆਂ ਨਾਲ ਭਰ ਜਾਂਦਾ ਹੈ। ਇਸ ਤਰ੍ਹਾਂ ਨਾਲ ਆਪ ਨੇ ਬਚਨ ਫਰਮਾਏ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਗਤ ਵਸ਼ਲ ਸੁਣ ਹੋਤ ਹੂੰ ਨਿਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਉਰ ਤਾਰ ਹੂੰ। ਮੈਂ ਸੁਣਿਆ ਵੀ ਤੂੰ ਭਗਤ ਵਸ਼ਲ ਹੈ, ਪਰ ਪਤਤ ਪਾਵਨ ਸੁਣ ਆਸਾ ਉਰ ਤਾਰ ਹੂੰ। ਆਸਾ ਜਾਗ ਪਈ ਮੇਰੇ ਤੇ ਵੀ ਕਿਰਪਾ ਹੋਵੇਗੀ। ਅੰਤਰਜਾਮੀ ਸੁਣ ਕੰਪਤ ਹੂੰ ਅੰਤਰਗਤ, ਦੀਨ ਕੇ ਦਿਆਲ ਸੁਨ ਭੈ ਪਰਮਟਾਰ ਹੂੰ। ਫਿਰ ਆਪ ਜੀ ਕਹਿੰਦੇ ਜਲਦਰ ਸੰਗਮ ਕੇ ਅਫਲ ਸਿੰਬਲ ਦ੍ਰੋਮ, ਚੰਦਨ ਸੁਗੰਧ ਸੰਬੰਧ ਮਲਗਾਰ ਹੂੰ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੋਰ। ਜੇ ਮੈਂ ਆਪਣੀ ਕਰਨੀ ਵੱਲ ਵੇਖਾਂ ਨਾ, ਆਪਣੀਆਂ ਕਰਤੂਤਾਂ ਆਪਣੇ ਕੰਮਾਂ ਵੱਲ ਵੇਖਾਂ, ਤੇ ਮੈਨੂੰ ਨਰਕ ਵਿੱਚ ਜਗ੍ਹਾ ਨਹੀਂ ਮਿਲਣੀ। ਆਪ ਕਹਿੰਦੇ ਆਪਣੀ ਕਰਨੀ ਕਰ ਨਰਕ ਹੂ ਨਾ ਪਾਵੂੰ ਠੋਰ, ਤੁਮਰੋ ਬਿਰਦ ਕਰ ਆਸਰੋ ਸਮਾਰ ਹੂੰ। ਪਰ ਤੇਰਾ ਬਿਰਦ ਹੈ, ਤੇਰਾ ਬਿਰਦ ਹੈ ਮੁੱਢ ਕਦੀਮਾ ਤੋਂ, ਤੇਰਾ ਸੁਭਾਅ ਹੈ, ਤੂੰ ਬਖਸ਼ਿਸ਼ਾਂ ਕਰਨ ਵਾਲਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਸਾਧ ਸੰਗਤ ਕਿਰਪਾ ਕਰਦੇ ਅੱਜ ਦੇ ਹੁਕਮ ਵਿੱਚ। ਹੋਰ ਸਮਝਣਾ ਹੈ ਤੇ ਇੱਕ ਬਚਨ ਆਪ ਜੀ ਦੇ ਸਨਮੁਖ ਸਾਹਿਬ ਦੀ ਬਾਣੀ ਚੋਂ ਰੱਖਦਾ। ਸਾਹਿਬ ਜੀ ਕਹਿੰਦੇ ਕੌਣ ਕੋ ਕਲੰਕ ਰਹਿਓ, ਕੌਣ ਕੋ ਕਲੰਕ ਰਹਿਓ। ਮਹਾਰਾਜ ਜੀ ਕਹਿੰਦੇ ਪਰਮਾਤਮਾ ਦਾ ਨਾਮ ਜਪਦਿਆਂ ਫਿਰ ਕਿਹੜਾ ਕਲੰਕ ਰਹਿ ਜਾਂਦਾ ਹੈ। ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ, ਪਤਤ ਪਵਿੱਤ ਭਏ RAM ਕਹਿਤ ਹੀ। ਆਪ ਜੀ ਕਹਿੰਦੇ ਪਤਤ ਜਿਹੜੇ ਸਨ ਉਹ ਪਤਤ ਵੱਡੇ ਵੱਡੇ ਪਤਤ ਉਹ ਪਾਵਨ ਹੋ ਗਏ RAM ਕਹਿਤ ਹੀ। ਆਪ ਜੀ ਕਹਿੰਦੇ RAM ਸੰਗ ਨਾਮਦੇਵ ਜਨ ਕੋ ਪ੍ਰਤਿਗਿਆਈ, ਇਕਾਦਸੀ ਬ੍ਰਤ ਰਹਿਓ ਕਾਹੇ ਕੋ ਤੀਰਥ ਜਾਈ। ਹੁਣ ਤੀਰਥਾਂ ਤੇ ਜਾਣ ਦੀ ਲੋੜ ਹੀ ਨਹੀਂ, ਨਾ ਮੈਂ ਇਕਾਦਸੀ ਦਾ ਵਰਤ ਰੱਖਣਾ ਹੈ। ਪਣਤ ਨਾਮ ਦਿਓ ਸੁਕਰਤ ਸੁਮਤ ਭਏ, ਗੁਰਮਤ RAM ਕਹਿ ਕੋ ਨਾ ਬੈਕੁੰਠ ਗਏ। ਜਿਨ੍ਹਾਂ ਨੇ ਗੁਰੂ ਦੇ ਰਾਹੀਂ ਨਾਮ ਜਪਿਆ, ਗੁਰਮਤ RAM ਕਹਿ ਗੁਰੂ ਮਾਲਕ ਦੀ ਹਜ਼ੂਰੀ ਵਿੱਚ ਆ ਗਏ, ਸ਼ਰਨੀ ਪੈ ਗਏ, ਕਿਹੜਾ ਹੈ ਜਿਹੜਾ ਬੈਕੁੰਠ ਧਾਮ ਨਹੀਂ ਗਿਆ। ਇਸੇ ਕਰਕੇ ਮਹਾਰਾਜ ਨੇ ਬਾਣੀ ਵਿੱਚ ਬਚਨ ਆਖਿਆ, ਸਾਧ ਸੰਗਤ ਜੀ ਕੋਈ ਗਾਵੈ ਕੋ ਸੁਣੈ। ਇਹ ਨਹੀਂ ਆਖਿਆ ਵੀ ਕੇਵਲ ਪੁੰਨੀ ਸੁਣੇ ਤਾਂ ਗੱਲ ਬਣੇਗੀ, ਧਰਮੀ ਬੰਦਾ ਨਾਮ ਸੁਣੇ ਤਾਂ ਗੱਲ ਬਣੇਗੀ। ਭਾਵੇਂ ਪਾਪੀ ਪਤਤ, ਦੇਸੀ ਪਰਦੇਸੀ, ਛੋਟਾ ਵੱਡਾ, ਭਾਵੇਂ ਪੰਜਾਬੀ ਤੇ ਭਾਵੇਂ ਗੈਰ ਪੰਜਾਬੀ, ਭਾਵੇਂ ਉਹ ਕਿਸੇ ਵੀ ਦੇਸ਼ ਦਾ ਰਹਿਣ ਵਾਲਾ, ਮਹਾਰਾਜ ਜੀ ਕਹਿੰਦੇ ਕੋਈ ਗਾਵੈ ਕੋ ਸੁਣੈ ਹਰਨਾਮਾ, ਚਿਤ ਲਾਏ ਕਹੋ ਕਬੀਰ ਸੰਸਾ ਨਹੀਂ
ਅੰਤ ਪਰਮਗਤ ਪਾਏ। ਸੋ ਇਸ ਕਰਕੇ ਮਾਲਕ ਉਤੇ ਪੂਰਨ ਉਮੀਦ ਰੱਖ ਕੇ, ਯਕੀਨ ਬਣਾ ਕੇ ਸਤਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਹੈ ਤੇ ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ। ਗਰੀਬ ਨਵਾਜ ਕਿਰਪਾ ਰਹਿਮਤ ਕਰਨ, ਵੱਧ ਤੋਂ ਵੱਧ ਗੁਰੂ ਵਾਲੇ ਬਣੋ ਤੇ ਅੰਮ੍ਰਿਤ ਛਕ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਤੌਬਾ ਕਰੀਏ, ਆਪਣੇ ਕੀਤੇ ਗੁਨਾਹਾਂ ਦੇ ਲਈ ਨਾਮ ਜਪੀਏ। ਮਹਾਰਾਜ ਜੀ ਪਤਿਤ ਪਾਵਨ ਨੇ, ਫਿਰ ਇਸ ਤਰ੍ਹਾਂ ਦੀ ਕਿਰਪਾ ਹੋ ਜਾਏਗੀ। ਆਪਣੇ ਸੇਵਕ ਕੋ ਕਬਹੂ ਨਾ ਬਿਸਾਰੋ, ਉਰ ਲਾਗੋ ਸੁਆਮੀ ਪ੍ਰਭ ਮੇਰੇ, ਪੂਰਬ ਪ੍ਰੀਤ ਗੋਬਿੰਦ ਵਿਚਾਰੋ। ਪਤਿਤ ਪਾਵਨ ਪ੍ਰਭ ਬਿਰਦ ਤੁਮਾਰੋ, ਹਮਰੇ ਦੋਖ ਹਿਰਦੈ ਮਤ ਤਾਰੋ। ਜੀਵਨ ਪ੍ਰਾਣ ਹਰ ਧਨ ਸੁਖ ਤੁਮਹੀ, ਹਉਮੈ ਪਟਲ ਕਿਰਪਾ ਕਰ ਜਾਰੋ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਇਸ ਤਰ੍ਹਾਂ ਅੱਜ ਦੇ ਹੁਕਮ ਦੇ ਵਿੱਚ ਸਾਧ ਸੰਗਤ ਜੀ ਇਹ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਸਾਰਿਆਂ ਤੇ ਕਿਰਪਾ ਰਹਿਮਤ ਕਰਨ, ਸਭ ਦਾ ਭਲਾ ਹੋਵੇ। ਹੋਈਆਂ ਭੁੱਲਾਂ ਲਈ ਕਿਰਪਾ ਕਰਕੇ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਚਲੈ ਤਬ ਜਗਤ ਮੈਂ, 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 ਜਬ ਤੁਮ ਕਰੋ ਸਹਾਈ, ਜਬ ਤੁਮ ਕਰੋ ਸਹਾਈ, ਪੰਥ ਚਲੈ ਤਬ ਜਗਤ ਮੈਂ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਈ, ਜਬ ਤੁਮ ਕਰੋ ਸਹਾਈ, ਪੰਥ ਚਲੈ ਤਬ ਜਗਤ ਮੈਂ, ਪੰਥ ਚਲੈ ਤਬ ਜਗਤ ਮੈਂ, ਪੰਥ ਚਲੈ, ਪੰਥ ਚਲੈ, ਪੰਥ 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 ਚਲੈ ਤਬ ਜਗਤ ਮੈਂ, ਵਾਹਿਗੁਰੂ ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਈ, ਜਬ ਤੁਮ ਕਰੋ ਸਹਾਈ, ਪੰਥ ਚਲੈ ਤਬ ਜਗਤ ਮੈਂ, ਪੰਥ ਚਲੈ ਤਬ ਜਗਤ ਮੈਂ, ਠੰਡ ਪਇਓ ਮੈਂ ਜੋਰ ਕਰ, ਠੰਡ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਜਗਤ ਮੈਂ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਈ, ਜਬ ਤੁਮ ਕਰੋ ਸਹਾਈ,
ਮੈਂ ਆਪਣਾ ਸੁਤ ਤੋਹਿ ਨਿਵਾਜਾ। ਮੈਂ ਆਪਣਾ ਸੁਤ ਤੋਹਿ ਨਿਵਾਜਾ। ਪੰਥ ਪਰਚੂਰ ਕਰਬੇ ਕੋ ਸਾਜਾ। ਪੰਥ ਪਰਚੂਰ ਕਰਬੇ ਕੋ ਸਾਜਾ। ਪੰਥ ਤਲੈ ਤਬ ਜਗਤ ਮੈਂ। ਪੰਥ ਚਲੈ ਜਗਤ ਮੈਂ। ਜਬ ਤੁਮ ਕਰੋ ਸਹਾਏ। ਜਬ ਤੁਮ ਕਰੋ ਸਹਾਏ। ਪੰਥ ਚਲੈ ਤਬ ਜਗਤ ਮੈਂ। 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 ਜਬ ਤੁਮ ਕਰੋ ਸਹਾਏ। ਜਬ ਤੁਮ ਕਰੋ ਸਹਾਏ। ਪੰਥ ਚਲੈ ਤਬ ਜਗਤ ਮੈਂ। ਪੰਥ ਚਲੈ ਤਬ ਜਗਤ ਮੈਂ। जहाँ तहाँ तैं धर्म चलाए। जहाँ तहाँ तैं धर्म चलाए। धर्म धर्म चलाए चलाए। जहाँ तहाँ तैं धर्म चलाए। कुबद करन ते लोक हटाए। कुबद करन ते लोक हटाए। पंथ चलै तब जगत में। पंथ चलै तब जगत में। पंथ चलै तब जगत में। जब तुम करो सहाय। जब तुम करो सहाय। पंथ चलै तब जगत में। 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 जब तुम करो सहाय। जब तुम करो सहाय। पंथ चलै तब जगत में। पंथ चलै तब जगत में। पंथ चलै तब। पंथ चलै तब। पंथ चलै तब जगत में। जब तुम करो सहाय सहाय। खालसा मेरो रूप है खास। खालसा मेरो रूप है खास। खालसे मैं हूँ करो निवास। खालसे मैं हूँ करो निवास। खालसा मेरो रूप है खास। खालसा मेरो रूप है। खालसे मैं हूँ करो निवास। खालसे मैं हूँ करो निवास। खालसा मेरो रूप है खास।
ਖਾਲਸਾ मेरो मुख है अंगा, खालसे के हो सद सद संगा। खालसा मेरो मुख है अंगा, खालसे के हो सद सद संगा। खालसे के हो सद सद संगा। खालसा मेरो रूप है खालसा रूप है खालसे में हो करो निवास। खालसे में हो करो निवास। खालसा मेरो रूप है खास। खालसा मेरो रूप है खास। खालसा मेरो इष्ट सूरत। खालसा मेरो कहियत बीरत। खालसा मेरो इष्ट सूरत। खालसा मेरो कहियत बीरत। खालसा मेरो पछ अर पाता। खालसा मेरो सुख लादा। खालसा मेरो पछ अर पाता। खालसा मेरो सुख लादा। खालसा मेरो सुख लादा। खालसा मेरो रूप है खास। खालसा मेरो रूप है खास। खालसे में हो करो निवास। खालसे में हो करो निवास। खालसा मेरो रूप है खास। खालसा मेरो रूप है खास। खालसे में हो करो निवास। खालसे में हो करो निवास। खालसा मेरो रूप है खास। खालसा मेरो मितर सखाई। खालसा मात पिता सुखदाई।
ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ। ਖਾਲਸਾ ਮੇਰੀ ਸੋਭਾ ਸੀਲਾ, ਖਾਲਸਾ ਬੰਦ ਸਖਾ ਸਦ ਟੀਲਾ। ਖਾਲਸਾ ਮੇਰੀ ਸੋਭਾ ਸੀਲਾ, ਖਾਲਸਾ ਬੰਦ ਸਖਾ ਸਦ ਟੀਲਾ। ਖਾਲਸਾ ਬੰਦ ਸਖਾ ਸਦ ਟੀਲਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਸ। ਖਾਲਸਾ ਮੇਰੀ ਜਾਤ ਅਰ ਪਤ, ਖਾਲਸਾ ਸੋ ਮਾਂ ਕੋ ਉਤਪਾਤ। ਖਾਲਸਾ ਮੇਰੀ ਜਾਤ ਅਰ ਪਾਤ, ਖਾਲਸਾ ਸੋ ਮਾਂ ਕੋ ਉਤਪਾਤ। ਖਾਲਸਾ ਮੇਰੋ ਪਵਨ ਭੰਡਾਰਾ, ਖਾਲਸੇ ਕਰ ਮੇਰੋ ਸਤਕਾਰਾ। ਖਾਲਸਾ ਮੇਰੋ ਪਵਨ ਭੰਡਾਰਾ, ਖਾਲਸੇ ਕਰ ਮੇਰੋ ਸਤਕਾਰਾ। ਖਾਲਸੇ ਕਰ ਮੇਰੋ ਸਤਕਾਰਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ।
ਖਾਲਸਾ ਮੇਰੋ ਸਭ ਜਨ ਪਰਵਾਰਾ, ਖਾਲਸਾ ਮੇਰੋ ਕਰਤ ਉਧਾਰਾ। ਖਾਲਸਾ ਮੇਰੋ ਸਭ ਜਨ ਪਰਵਾਰਾ, ਖਾਲਸਾ ਮੇਰੋ ਕਰਤ ਉਧਾਰਾ। ਖਾਲਸਾ ਮੇਰੋ ਪਿੰਡ ਪਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਪਿੰਡ ਪਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਲਸਾ ਮੇਰੋ ਮੁਖ ਹੈ ਅੰਗਾ। ਖਾਲਸੇ ਕੇ ਹੋ ਸਦ ਸਦ ਸੰਗਾ। ਖਾਲਸਾ ਮੇਰੋ ਮੁਖ ਹੈ ਅੰਗਾ। ਖਾਲਸੇ ਕੇ ਹੋ ਸਦ ਸਦ ਸੰਗਾ। ਖਾਲਸਾ ਮੇਰੋ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੋ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸੇ ਕਰੋ ਨਿਵਾਸ।